ਏਕ ਓੰਕਾਰ ਸਤਨਾਮ। ਵਾਹਿਗੁਰੂ ਜੀ ਕਾ ਖਾਲਸਾ, ਸਿਰ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਉਸ ਮਹਾਨ ਅਸਥਲ, ਉਸ ਪਵਿੱਤਰ ਸਥਾਨ ਤੇ ਦਰਸ਼ਨ ਕਰਨ ਆਏ ਹਾਂ, ਜਿਸ ਸਥਾਨ ਨੂੰ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਹੈ। ਇਸੇ ਸਥਾਨ ਤੇ ਇੱਕ ਮਹਾਨ ਆਲੀਸ਼ਾਨ ਗੁਰਦੁਆਰਾ ਸਾਹਿਬ ਸ਼ੋਭਾਇਮਾਨ ਹੈ। ਇਸ ਗੁਰਦੁਆਰਾ ਸਾਹਿਬ ਨੂੰ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਜੀ ਦੇ ਨਾਮ ਤੋਂ ਜਾਣਿਆ ਜਾਂਦਾ ਹੈ। ਇਸੇ ਸ੍ਰੀ ਗੁਰਦੁਆਰਾ ਬੰਗਲਾ ਸਾਹਿਬ ਜੀ ਦੇ ਪ੍ਰਾਂਗਣ ਵਿੱਚ ਹੀ ਬਾਬਾ ਬਘੇਲ ਸਿੰਘ ਸਿੱਖ ਹੈਰੀਟੇਜ ਮਿਊਜ਼ੀਅਮ ਸਥਿਤ ਹੈ, ਜਿਹੜਾ ਸੰਗਤਾਂ ਨੂੰ ਗੁਰੂ ਇਤਿਹਾਸ ਤੋਂ ਅਵਗਤ ਕਰਾਉਂਦਾ ਹੈ। ਇੱਥੇ ਹੀ ਇੱਕ ਆਡੀਟੋਰੀਅਮ ਹੈ, ਜਿਸ ਦੇ 3D ਡਾਕੂਮੈਂਟਰੀਜ਼ ਦਿਖਾ ਕਰਕੇ ਸਿੱਖ ਇਤਿਹਾਸ ਦੇ ਦਰਸ਼ਨ ਕਰਾਏ ਜਾਂਦੇ ਨੇ। ਅੱਜ ਉਸ ਸਥਾਨ ਦੇ ਡਾਇਰੈਕਟਰ ਸਾਹਿਬ ਸਿੰਘ ਸਾਹਿਬ ਸ੍ਰੀ ਸੁਰਜੀਤ ਸਿੰਘ ਜੀ ਆਜ਼ਾਦ ਜੀ ਦੇ ਸਾਹਮਣੇ ਅਸੀਂ ਬੈਠੇ ਹਾਂ। ਉਹਨਾਂ ਤੋਂ ਸਾਡੀ ਗੁਜ਼ਾਰਿਸ਼ ਹੈ, ਸਾਡੀ ਬੇਨਤੀ ਹੈ ਕਿ ਉਹ ਸਿੱਖ ਇਤਿਹਾਸ ਬਾਰੇ ਕੁਝ ਦੱਸਣ। ਆਪ ਜੀ ਸਿੱਖ ਇਤਿਹਾਸ ਦੇ ਬਾਰੇ ਆਜ਼ਾਦ ਜੀ ਸਾਹਿਬ ਕੋਲੋਂ ਬਹੁਤ ਕੁਝ ਜਾਣਕਾਰੀ ਲੈ ਸਕਦੇ ਹੋ। ਆਜ਼ਾਦ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਥੇ ਮਨੁੱਖ ਦੇ ਰੋਲ ਕਿਸ ਗੱਲ ਤੇ, ਸਿੱਖੀਜ਼ਮ ਦੇ ਅੰਦਰ ਕਿਸ ਗੱਲ ਤੇ ਆਧਾਰਿਤ ਹੈ ਸਿੱਖੀਜ਼ਮ, ਸਾਡਾ ਕੀ ਦੱਸਦਾ ਤੇ ਕਿਸ ਤਰ੍ਹਾਂ ਸਾਨੂੰ ਇਸ ਚੀਜ਼ ਨੂੰ ਆਪਣੇ ਮਨ ਨੂੰ ਬਦਲੀ ਕਰੀਏ। ਇਹ ਜਿਹੜੀ ਮੈਂ ਤੁਹਾਨੂੰ ਗੱਲ ਦੱਸੀ ਨਾ ਖੇਡੇ ਦੀ, ਇਹ ਸਾਡੇ ਗੁਰੂਆਂ ਨੇ ਸਾਨੂੰ ਗੁਰਬਾਣੀ ਵਿੱਚ ਹੀ ਦੱਸਿਆ ਹੋਇਆ ਹੈ ਕਿ ਕਰਮਾਂ ਦਾ ਨਾਲ ਤੇਰਾ ਵਿਚਾਰ ਹੋਏਗਾ, ਇੱਕ ਇੱਕ ਕਰਮ ਦੇ ਉੱਤੇ ਵਿਚਾਰ ਹੋਏਗਾ। ਕਰਮ ਹੀ ਨੇ ਜਿਹੜੇ ਤੈਨੂੰ ਨੇੜੇ ਔਰ ਦੂਰ ਲਗਾਉਣਗੇ, ਕਰਮ ਹੀ ਹਨ ਜੇ ਤੈਨੂੰ ਪ੍ਰਾਪਤੀ ਹੋ ਰਹੀ ਹੈ। ਤੇ ਇਹਨਾਂ ਕਰਮਾਂ ਨੂੰ ਬਹੁਤ ਸੋਚ ਸਮਝ ਕੇ ਸਿੱਖੀ ਸਾਡੇ ਗੁਰੂਆਂ ਨੇ ਬੜੀ ਪਿਆਰੀ ਗੱਲ ਕਹੀ। ਉਹਨਾਂ ਨੇ ਕਿਹਾ ਭਾਈ ਨਾ ਅਸੀਂ ਖੇਡ ਬਣਾਈ ਹੈ, ਨਾ ਅਸੀਂ ਖੇਡ ਦੇ ਨਿਯਮ ਬਣਾਏ ਨੇ, ਉਹ ਤਾਂ ਕਰਤੇ ਨੇ ਬਣਾਏ ਨੇ। ਅਸੀਂ ਕਰਾਂਗੇ, ਅਸੀਂ ਤੈਨੂੰ ਖੇਡ ਕਿਸ ਤਰ੍ਹਾਂ ਵਧੀਆ ਤਰੀਕੇ ਨਾਲ ਖੇਡ ਸਕਦਾ ਹੈ। ਜਿਹੜਾ ਕੋਚ ਹੁੰਦਾ ਹੈ ਨਾ, ਉਹਨੇ ਨਾ ਗੇਮ ਬਣਾਈ ਹੈ ਨਾ ਗੇਮ ਦੇ ਨਿਯਮ ਬਣਾਏ ਨੇ, ਪਰ ਉਹ ਪਲੇਅਰ ਨੂੰ ਕੀ ਦੱਸਦਾ ਹੈ ਕਿ ਮੈਂ ਤੈਨੂੰ ਐਸੀ ਟੈਕਨੀਕ ਦੱਸਾਂਗਾ ਕਿ ਤੂੰ ਐਸਾ ਖੇਡੇਗਾ ਕਿ ਤੇਰੀ ਜਿੱਤ ਨਿਸ਼ਚਿਤ ਹੈ। ਤੇ ਸਾਡੇ ਗੁਰੂਆਂ ਨੇ ਕਿਹਾ ਅਸੀਂ ਤੁਹਾਡੇ ਗੁਰੂ ਹਾਂ, ਅਸੀਂ ਪਰਮਾਤਮਾ ਨਹੀਂ, ਅਸੀਂ ਤੁਹਾਡੇ ਗੁਰੂ ਹਾਂ, ਅਸੀਂ ਤੁਹਾਡੇ ਕੋਚ ਹਾਂ। ਅਸੀਂ ਤੁਹਾਨੂੰ ਇਹ ਖੇਡ ਖੇਡਣ ਦਾ ਬੈਸਟ ਤਰੀਕਾ ਦੱਸਾਂਗੇ। ਬੈਸਟ ਤਰੀਕਾ ਕੀ ਹੈ ਭਾਈ? ਤੂੰ ਆਪਣੀ ਆਤਮਾ ਨੂੰ ਸਟਰੋਂਗ ਕਰ ਤੇ ਮਨ ਨੂੰ ਵੀਕ ਕਰ। ਇਹਦੇ ਅੰਦਰ ਖੇਡ ਦੇ ਅੰਦਰ ਇਨਬਿਲਟ ਹੈ, ਜਦ ਤੁਸੀਂ ਆਤਮਾ ਦਾ ਆਖਾ ਮੰਨਦੇ ਹੋ ਨਾ ਤੇ ਆਤਮਾ ਥੋੜੀ ਜਿਹੀ ਸਟਰੋਂਗ ਹੋ ਜਾਂਦੀ ਹੈ ਤੇ ਮਨ ਥੋੜਾ ਜਿਹਾ ਵੀਕ ਹੋ ਜਾਂਦਾ ਹੈ। ਜਿੰਨਾ ਜਿੰਨਾ ਤੁਸੀਂ ਆਤਮਾ ਦਾ ਆਖਾ ਮੰਨਦੇ ਜਾਓਗੇ, ਆਤਮਾ ਸਟਰੋਂਗ ਹੁੰਦੀ ਜਾਏਗੀ, ਮਨ ਵੀਕ ਹੋ ਜਾਏਗਾ। ਇਸ ਦੇ ਵਿਪਰੀਤ ਅਗਰ ਤੁਸੀਂ ਮਨ ਦਾ ਆਖਾ ਮੰਨਿਆ ਤੇ ਮਨ ਸਟਰੋਂਗ ਹੁੰਦਾ ਰਹੇਗਾ, ਆਤਮਾ ਵੀਕ ਹੁੰਦੀ ਜਾਏਗੀ। ਜਦ ਤੁਸੀਂ ਐਕਸਟ੍ਰੀਮ ਤੇ ਚਲੇ ਜਾਓਗੇ, ਜੇ ਤੁਸੀਂ ਬਹੁਤ ਚੰਗੇ ਕੰਮ ਕੀਤੇ ਤੇ ਲੋਕ ਕਹਿੰਦੇ ਨੇ ਇਹ ਤੇ ਬਹੁਤ ਸੱਚੀ ਆਤਮਾ ਹੈ, ਇਸਨੇ ਆਪਣਾ ਮਨ ਆਪਣੇ ਕੰਟਰੋਲ ਚ ਰੱਖਿਆ। ਤੇ ਜੇ ਤੁਸੀਂ ਜ਼ਿਆਦਾ ਬੁਰਾ ਕੰਮ ਕਰ ਲਿਆ ਤੇ ਫਿਰ ਉਹ ਕਹਿਣਗੇ ਇਹ ਤੇ ਇੰਨਾ ਵੱਡਾ ਪਾਪੀ ਲੱਗਦਾ, ਇਸਨੇ ਆਪਣੀ ਆਤਮਾ ਮਾਰ ਲਈ ਹੈ, ਖਾਲੀ ਮਨ ਹੀ ਮੰਨ ਰਿਹਾ ਹੈ। ਤੇ ਉਹ ਮਨ ਨੂੰ ਅਸੀਂ ਆਪਣੇ ਮਾਰਨਾ ਨਹੀਂ ਹੈ, ਮਨ ਨੂੰ ਮਾਰਨਾ ਨਹੀਂ ਹੈ। ਕਿਉਂ? ਕਿਉਂਕਿ ਮਨ ਸਾਡੀ ਓਪੋਜੀਸ਼ਨ ਹੈ। ਤੁਸੀਂ ਖੇਡ ਦੇ ਮੈਦਾਨ ਵਿੱਚ ਉਤਰੇ ਹੋ ਤੇ ਤੁਸੀਂ ਕਹੋ ਜੀ ਮੈਂ ਬੰਦੂਕ ਕੱਢ ਕੇ ਸਾਰੇ ਪਲੇਅਰ ਜਿਹੜੇ ਮੇਰੇ ਓਪੋਜੀਸ਼ਨ ਜਿਹਨਾਂ ਨੂੰ ਮਾਰ ਦਾਂਗਾ ਤਾਂ ਮੈਂ ਖੇਡ ਜਿੱਤਾਂਗਾ। ਨਹੀਂ, ਪਲੇਅਰਾਂ ਨੂੰ ਮਾਰਨ ਨਾਲ ਨਹੀਂ ਜਿੱਤੇਗਾ, ਪਲੇਅਰਾਂ ਨੂੰ ਜਿੱਤਣ ਨਾਲ ਜਿੱਤੇਗਾ। ਉਹਨਾਂ ਨੂੰ ਉਸੀ ਦੇ ਗੇਮ ਵਿੱਚ ਹਰਾ ਕੇ ਫਿਰ ਤੂੰ ਜਿੱਤੇਗਾ। ਇਸ ਕਰਕੇ ਮਨ ਜੀਤੇ, ਇਸ ਕਰਕੇ ਕਹਿੰਦੇ ਨੇ ਮਨ ਜੀਤੇ ਜਗ ਜੀਤ, ਮਨ ਮਾਰੇ ਜਗ ਜੀਤੀ। ਹਿੰਦੂ ਧਰਮ ਇੱਥੇ ਹੀ ਫਸ ਗਿਆ। ਉਹਨਾਂ ਨੇ ਕਿਹਾ ਮਨ ਮਾਰ ਦੋ। ਮਨ ਦੀ ਸ਼ਕਤੀ ਕੀ ਹੈ? ਕਾਮ। ਮਨ ਦੀ ਸ਼ਕਤੀ ਕੀ ਹੈ? ਕ੍ਰੋਧ, ਲੋਭ, ਮੋਹ, ਅਹੰਕਾਰ। ਇਹ ਯੁੱਧ ਸ਼ਕਤੀਆਂ ਨੇ, ਇਹਨਾਂ ਨੂੰ ਮਾਰ ਦੋ। ਕਾਮ ਆਂਦਾ ਹੈ ਪਰਿਵਾਰ ਤੋਂ, ਮੈਂ ਪਰਿਵਾਰ ਛੱਡ ਦਾਂਗਾ, ਮੈਂ ਬ੍ਰਹਮਚਾਰੀ ਹੋ ਜਾਵਾਂਗਾ, ਕਾਮ ਮੇਰੇ ਬਸ ਵਿੱਚ ਆ ਗਿਆ। ਕ੍ਰੋਧ ਆਂਦਾ ਹੈ ਸੰਸਾਰ ਤੋਂ, ਮੈਂ ਸੰਸਾਰ ਛੱਡ ਦਾਂਗਾ, ਕ੍ਰੋਧ ਮੇਰੇ ਬਸ ਵਿੱਚ ਹੋ ਗਿਆ। ਲੋਭ ਆਂਦਾ ਹੈ ਜੋ ਮੈਂ ਇਕੱਠਾ ਕੀਤਾ, ਜੋ ਮੇਰਾ ਘਰ, ਮੇਰੇ ਬੱਚੇ, ਮੈਂ ਸਭ ਕੁਝ ਦਾਨ ਕਰ ਦਾਂਗਾ, ਲੋਭ ਛੱਡ ਦਾਂਗਾ। ਮੋਹ, ਮੇਰੀ ਸੰਪत्ति, ਮੇਰੀ ਕਾਰ, ਮੇਰੀ ਗੱਡੀ, ਉਹ ਮੈਂ ਤਿਆਗ ਦਾਂਗਾ ਤੇ ਮੈਂ ਜੰਗਲਾਂ ਚਲਾ ਜਾਵਾਂਗਾ ਲੋਕੋਟੀ ਬਣ ਕੇ। ਪਰ ਜਿਹੜਾ ਅਹੰਕਾਰ ਸੀ ਨਾ, ਉਹ ਨਹੀਂ ਗਿਆ। ਉਹ ਜੰਗਲ ਵਿੱਚ ਵੀ ਆਪਣੇ ਦਿਲ ਵਿੱਚ ਸੋਚਦਾ, ਦੇਖਿਆ ਕਿੰਨੀ ਜਾਇਦਾਦ ਛੱਡ ਕੇ ਆਇਆ, ਕਿੰਨਾ ਵੱਡੇ ਰਾਜ ਨੂੰ ਮੈਂ ਲੱਤ ਮਾਰ ਕੇ ਆਇਆ। ਉੱਤੇ ਵੀ ਚਿੜੀ ਨੂੰ ਦੇਖ ਕੇ ਉਹਨੂੰ ਗੁੱਸਾ ਆ ਰਿਹਾ, ਨਦੀ ਨੂੰ ਦੇਖ ਕੇ ਉਹਨੂੰ ਗੁੱਸਾ ਆ ਰਿਹਾ, ਤੇ ਉਹ ਮਾਰਨਾ ਚਾਹੁੰਦਾ ਸੀ। ਨਹੀਂ, ਬਖਸ਼ ਨੂੰ ਨਹੀਂ ਹੋਇਆ। ਸਾਡੇ ਗੁਰੂਆਂ ਨੇ ਕਿਹਾ ਵਿਪਕਸ਼ ਨੂੰ ਤੂੰ ਜਿੱਤਣਾ। ਮਨ ਦੀ ਜਿਹੜੀ ਆਵਾਜ਼ ਹੈ ਉਹਨੂੰ ਤੂੰ ਦਬਾਉਣਾ ਹੈ, ਆਤਮਾ ਦੀ ਆਵਾਜ਼ ਨੂੰ ਤੂੰ ਸਟਰੋਂਗ ਕਰਨਾ ਹੈ। ਇਸ ਤਰੀਕੇ ਨਾਲ ਤੇਰਾ ਮਨ ਤੇਰੇ ਵਸ਼ ਵਿੱਚ ਆ ਜਾਏਗਾ, ਮਨ ਨੂੰ ਤੂੰ ਓਵਰ ਪਾਵਰ ਕਰ ਦੇਗਾ ਔਰ ਆਤਮਾ ਤੇਰੀ ਸਟਰੋਂਗ ਹੋ ਜਾਏਗੀ। ਇਹ ਸਾਡੇ ਗੁਰੂਆਂ ਨੇ ਦੱਸਿਆ।
ਸਿੰਘ ਸਾਹਿਬ ਜੀ ਹੁਣ ਇੱਕ ਮਿਹਰ ਕਰੋ, ਇਸ ਅਸਥਾਨ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਔਰ ਸਾਡੇ ਹੋਰ ਗੁਰੂ ਸਾਹਿਬਾਨ ਦੇ ਕੀ ਉਪਦੇਸ਼ ਨੇ, ਉਹ ਥੋੜਾ ਦੇਖੋ ਵਿਸਤ੍ਰਿਤ ਰੂਪ ਨਾਲ ਤੁਸੀਂ ਦੱਸੋ। ਸਾਰੇ ਸੰਗਤ ਨੂੰ ਇਹ ਗੱਲ ਦਾ ਧਿਆਨ ਰੱਖਣਾ ਚਾਹੀਦਾ। ਅਸੀਂ ਕਈ ਵਾਰ ਭੁਲੇਖੇ ਗਲਤ ਗੱਲ ਕਰ ਜਾਂਦੇ ਆ। ਇਹ ਇੱਕ ਜੋਤ ਸੀ, ਹਾਂਜੀ ਇੱਕ ਜੋਤ ਸੀ ਗੁਰੂ ਨਾਨਕ। ਹਾਂਜੀ ਹਾਂਜੀ ਗੁਰੂ ਨਾਨਕ ਦੀ ਇੱਕ ਜੋਤ ਸੀ ਜਿਹੜੇ 10 ਜਾਮਿਆਂ ਵਿੱਚ ਉਸਨੇ ਸਫ਼ਰ ਕੀਤਾ ਹੈ, ਇੰਗਲਿਸ਼ ਵਿੱਚ ਉਹਦਾ ਟਰੈਵਲ ਕੀਤਾ ਹੈ। ਔਰ ਗੁਰੂ ਗੋਬਿੰਦ ਸਿੰਘ ਜੀ ਨੇ ਉਸੇ ਜੋਤ ਨੂੰ ਕਿੱਥੇ ਸਮਾ ਦਿੱਤਾ? ਗੁਰੂ ਗ੍ਰੰਥ ਸਾਹਿਬ। ਸਮਝ ਗਏ? ਹੁਣ ਉਹ ਜੋਤ ਜਦ ਪਹਿਲੇ ਘਰ ਵੀ ਸੀ ਤੇ ਨਾਨਕ ਸੀ, ਦੂਜੇ ਘਰ ਅੰਗਦ ਦੇਵ ਜੀ ਤੇ ਆਈ ਤੇ ਨਾਨਕ ਹੀ ਦੂਜਾ ਹੋ ਗਿਆ। ਫਿਰ ਜਦ ਗੁਰੂ ਅਮਰਦਾਸ ਜੀ ਤੇ ਆਏ ਤੇ ਨਾਨਕ ਹੀ ਤੀਜਾ ਹੋ ਗਿਆ। ਇਸ ਕਰਕੇ ਉਹਨਾਂ ਨੇ ਜਿਹੜੇ ਸਾਡੇ ਪੰਜ ਗੁਰੂਆਂ ਨੇ ਔਰ ਗੁਰੂ ਤੇਗ ਬਹਾਦਰ ਸਾਹਿਬ ਨੇ ਜਿੰਨੀ ਬਾਣੀ ਉਚਾਰੀ, ਉਹਨਾਂ ਨੇ ਕਦੀ ਆਪਣਾ ਨਾਂ ਨਹੀਂ ਕੀਤਾ। ਉਹਨਾਂ ਨੇ ਕੀ ਕਿਹਾ? ਇਹ ਨਾਨਕ ਹੀ ਕਹਿ ਰਿਹਾ, ਇਹ ਨਾਨਕ ਹੀ ਕਹਿ ਰਿਹਾ। ਹਾਂ, ਮਹੱਲਾ ਪਹਿਲਾ, ਮਹੱਲਾ ਦੂਜਾ, ਮਹੱਲਾ ਤੀਜਾ, ਮਹੱਲਾ ਚੌਥਾ ਤੇ ਹੈ, ਪਰ ਹੈ ਨਾਨਕ। ਤੇ ਗੁਰੂ ਨਾਨਕ ਨੇ ਜਿਹੜੀ ਫਿਲਾਸਫੀ ਦਿੱਤੀ ਉਹਨੂੰ ਸਮਝਾਉਣ ਵਾਸਤੇ ਉਹਨਾਂ ਨੂੰ 208 ਸਾਲ ਚਾਹੀਦੇ ਸੀ। ਉਹ ਇੱਕ ਜੀਵਨ ਵਿੱਚ ਨਹੀਂ ਹੋ ਸਕਦੇ ਸੀ ਔਰ ਅਲੱਗ-ਅਲੱਗ ਉਹਨਾਂ ਨੇ ਪਰਿਸਥਿਤੀਆਂ ਵੀ ਦੱਸਣੀਆਂ ਸੀ। ਤੇ ਇਸ ਕਰਕੇ ਉਹਨਾਂ ਨੇ 10 ਜਾਮਿਆਂ ਵਿੱਚ 10 ਅਲੱਗ-ਅਲੱਗ, ਕਦੀ ਬੱਚਾ ਬਣ ਕੇ, ਕਦੀ ਬਜ਼ੁਰਗ ਬਣ ਕੇ, ਕਦੀ ਸਮਰਥ ਬਣ ਕੇ, ਕਦੀ ਨਿਰਧਨ ਬਣ ਕੇ, ਉਹਨਾਂ ਨੇ ਕਿਹਾ ਕਿ ਹਰ ਤਰ੍ਹਾਂ ਦਾ ਬੰਦਾ ਜਿਹੜਾ ਹੈ ਉਹ ਇਸ ਆਤਮਾ, ਇਸ ਜੋਤ ਨੂੰ ਲੈਣ ਦਾ ਕੈਪੇਬਲ ਹੈ। ਤੇ ਉਹਨਾਂ ਨੇ 10 ਜਾਮਿਆਂ ਪਾਰ ਕਰਕੇ ਤੇ ਫਿਰ ਗੁਰੂ ਗ੍ਰੰਥ ਸਾਹਿਬ ਵਿੱਚ ਪਾ ਦਿੱਤੀ ਕਿ ਹੁਣ ਇਹ ਜੋਤ ਸਾਰੇ ਗਿਆਨ ਦੇ ਨਾਲ ਗੁਰੂ ਗ੍ਰੰਥ ਸਾਹਿਬ ਵਿੱਚ ਹੈ। ਹੁਣ ਤੁਹਾਡੀ ਸੁਰਤ ਹੈ, ਜਿਹੜਾ ਤੁਹਾਡਾ ਧਿਆਨ ਹੈ, ਉਹਦੇ ਤੋਂ ਤੁਸੀਂ ਸ਼ਬਦ ਸੁਣੋਗੇ, ਸ਼ਬਦ ਦੇ ਅੰਦਰ ਇਹਦੀ ਸੁਰਤ ਹੈ, ਉਹਦੇ ਨਾਲ ਤੁਹਾਨੂੰ ਗਿਆਨ ਮਿਲੇਗਾ ਔਰ ਤੁਸੀਂ ਆਪਣੀ ਆਤਮਾ ਨੂੰ ਸ਼ਬਦ ਸੁਣ ਕੇ ਸਟਰੋਂਗ ਕਰ ਸਕਦੇ ਹੋ। ਤੇ ਗੁਰੂ ਨਾਨਕ ਨੇ ਬਹੁਤ ਆਸਾਨ ਤਰੀਕਾ ਦੱਸ ਦਿੱਤਾ ਕਿ ਤੇਰੇ ਤੋਂ ਗਲਤੀਆਂ ਨਹੀਂ ਹੋਣਗੀਆਂ। 3 ਸ਼ਬਦ ਕਰ ਲਓ। ਕੀ? ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ। ਬਸ ਕਿਰਤ ਕੀ ਹੈ ਇਹ ਸਮਝਣਾ ਜ਼ਰੂਰੀ ਹੈ। ਅਸੀਂ ਕਦੀ ਭੁਲੇਖੇ 'ਚ ਕਹਿ ਦਿੰਦੇ ਹਾਂ ਜੀ ਕਿਰਤ ਦੀ ਮਿਹਨਤ, 10 ਨਾਖੂਨਾਂ ਦੀ ਕਮਾਈ। ਨਹੀਂ, 10 ਨਾਖੂਨ ਤਾਂ ਚੋਰ ਵੀ ਇਸਤੇਮਾਲ ਕਰਦਾ ਹੈ ਜਾਂ ਚੋਰੀ ਕਰਦਾ ਹੈ, ਆਪ ਵੀ ਮਿਹਨਤ ਕਰਦਾ ਨਹੀਂ। ਤੁਹਾਡੀ ਕਿਰਤ ਉਹਨੂੰ ਕਿਹਾ ਜਾਏਗਾ ਜਿਹਦੇ ਅੰਦਰ 3 ਚੀਜ਼ਾਂ ਨਹੀਂ ਹੋਣਗੀਆਂ। ਪਹਿਲੀ ਗੱਲ, ਕਿਸੇ ਕੋਲੋਂ ਠੱਗਿਆ ਹੋਇਆ ਨਹੀਂ ਹੋਏਗਾ। दूसरी गल, किसी को खोया होया नहीं होएगा, हक पराया नाम का उसका, और किसी को मंगया होया नहीं होएगा। किरत करो, नाम जपो, वंड के छको। विच किरत जिहड़ी है, किरत उस कमाई नूं कहा जांदा है जिहदे अंदर तुसीं किसी को ठगिया नहीं होएगा। मैं ये मोबाइल बिक्री कर रहा, मैं कहां जी मैं ये लिया है 500 का, मैं बेचांगा 550 का, 50 रुपए में अपने बच्चे पाल लेने। ये तुहाडी किरत होगी। ਤੁਸੀਂ ਕਹੋ ਨਹੀਂ ਜੀ ਮੈਂ ਤੇ ਲਿਆਇਆ ਸੀ 10,000 ਦਾ, ਤੂੰ ਮੇਰਾ ਭਰਾ ਹੈ, ਮੈਂ ਤੈਨੂੰ 6,000 ਦਾਂਗਾ, ਮੈਂ ਆਪਣੇ 4,000 ਗਵਾ ਰਿਹਾ, ਮੈਂ 10 ਝੂਠ ਬੋਲ ਕੇ ਕੋਈ ਚੀਜ਼ 500 ਰੁਪਏ ਵਾਧੂ ਲੈ ਕੇ ਵੇਚ ਦਿੱਤੀ, ਇਹ ਠੱਗੀ ਹੋਗੀ। ਇਹ ਨਹੀਂ ਕਰਨੀ। ਕੋਈ ਪਾਵਰ ਆ ਗਈ ਹੈ, ਬੜੀ ਸੋਹਣਾ ਐਕਸਪਲੇਨੇਸ਼ਨ, ਬਹੁਤ ਅੱਛੀ ਕੋਈ ਤੁਹਾਡੇ ਕੋਲ ਪਾਵਰ ਆ ਗਈ, ਤੁਸੀਂ ਕਿਤੇ ਥਾਣੇਦਾਰ ਲੱਗੇ ਹੋ, ਕਿਧਰੇ ਐਕਸਾਈਜ਼ ਇੰਸਪੈਕਟਰ ਲੱਗੇ ਹੋ, ਕਿਧਰੇ ਇਨਕਮ ਟੈਕਸ ਅਫੀਸਰ ਲੱਗੇ ਹੋ, ਤੁਹਾਡੀ ਨੀਅਤ ਹੋਈ ਹਰ ਇੱਕ ਕੋਲੋਂ ਮੈਂ ਖੋਲਾਂ, ਹਰ ਇੱਕ ਕੋਲੋਂ ਮੈਂ ਖੋਹ ਲਵਾਂ, ਜਾਂ ਤੁਸੀਂ ਰਾਜਾ ਬਣ ਗਏ ਜਾਂ ਤੁਸੀਂ ਕੋਈ ਜੇ ਮੰਤਰੀ ਬਣ ਗਏ ਤਾਂ ਹਰ ਇੱਕ ਕੋਲੋਂ ਮੈਂ ਖੋਹ ਲਵਾਂ। ਇਹ ਖੋਣ ਦੀ ਪ੍ਰਵਿਰਤੀ ਨਹੀਂ ਹੋਣੀ ਚਾਹੀਦੀ। ਖੋਣ ਦੀ ਪ੍ਰਵਿਰਤੀ ਕਿਸੇ ਦੂਸਰੇ ਦੇ ਹੱਕ ਦੇ ਉੱਤੇ ਬਿਲਕੁਲ ਨਜ਼ਰ ਨਹੀਂ ਹੋਣੀ ਚਾਹੀਦੀ। ਔਰ ਤੀਸਰਾ, ਕਿਸੇ ਕੋਲੋਂ ਨਹੀਂ ਮੰਗਣਾ ਸਿਵਾਏ ਉਸ ਰੱਬ ਤੋਂ, ਖੁਦਾ ਤੋਂ। ਇੱਕ ਫਕੀਰ ਦੀ ਤੁਸੀਂ ਗੱਲ ਸੁਣੀ ਸੀ ਨਾ, ਉਹ ਰਾਜੇ ਕੋਲੋਂ ਮੰਗਣ ਗਿਆ ਤੇ ਰਾਜਾ ਜਿਹੜਾ ਸੀ ਉਹ ਦੁਆ ਕਰ ਰਿਹਾ ਸੀ, ਤੇ ਉਹਨੂੰ ਪਹਿਰੇਦਾਰ ਨੇ ਕਿਹਾ ਥੋੜੀ ਦੇਰ ਬੈਠ ਜਾ, ਰਾਜਾ ਦੁਆ ਕਰ ਰਿਹਾ। ਉਹ ਬੈਠ ਗਿਆ। ਜਦ ਰਾਜਾ ਆਇਆ ਤੇ ਬਾਦਸ਼ਾਹ ਸੀ ਮੁਸਲਮਾਨ, ਆਇਆ, ਉਹਨੇ ਕਿਹਾ ਹਾਂਜੀ ਫਕੀਰ ਜੀ ਦੱਸੋ। ਉਹਨੇ ਕਿਹਾ ਤੁਸੀਂ? ਕਹਿੰਦਾ ਮੈਂ ਖੁਦਾ ਕੋਲ ਸਵੇਰੇ ਸਵੇਰੇ ਨਾ ਰੋਜ਼ ਮੰਗਦਾ। ਕਹਿੰਦਾ ਅੱਛਾ ਠੀਕ ਹੈ, ਫਿਰ ਮੈਂ ਚੱਲਿਆ। ਉਹਨੇ ਕਹਿੰਦੀ ਤੁਸੀਂ ਆਏ ਸੀ? ਚੱਲਿਆ। ਕਹਿੰਦਾ ਮੈਂ ਤੇ ਤੇਰੇ ਕੋਲੋਂ ਕੋਈ ਲੈਣਾ ਆਇਆ ਸੀ, ਪਰ ਇੱਥੇ ਆ ਕੇ ਪਤਾ ਚੱਲਿਆ ਤੂੰ ਤਾਂ ਖੁਦ ਭਿਖਾਰੀ ਹੈ, ਤੇ ਉਹਦੇ ਕੋਲੋਂ ਮੰਗ ਰਿਹਾ, ਤੇ ਫਿਰ ਉਹਦੇ ਨਾਲ ਤਾਂ ਮੇਰੀ ਰੋਜ਼ ਗੱਲਾਂ ਹੁੰਦੀਆਂ ਨੇ, ਤੇਰੇ ਕੋਲੋਂ ਨਹੀਂ ਮੰਗਣਾ। ਤੇ ਸਿੱਖੀ ਇਹ ਕਹਿੰਦੀ ਕਿਸੇ ਕੋਲੋਂ ਨਾ ਮੰਗੋ। ਅੱਜ ਕੱਲ੍ਹ ਕਈ ਲੋਕਾਂ ਨੇ ਧੰਦਾ ਬਣਾ ਲਿਆ, 10 ਬੰਦਿਆਂ ਕੋਲੋਂ ਮੰਗ ਕੇ 5 ਬੰਦਿਆਂ ਨੂੰ ਖਿਲਾ ਦਿੱਤਾ, ਬਾਕੀ 50% ਆਪਣੀ ਜੇਬ ਵਿੱਚ ਪਾ ਲਿਆ, ਬਣ ਗਏ ਸਾਥ। ਬਿਲਕੁਲ ਬਹੁਤ ਚੱਲ ਰਿਹਾ, ਬੜਾ ਬਹੁਤ ਤੁਸੀਂ ਪਰਉਪਕਾਰ ਕਰਨਾ ਹੈ ਤਾਂ ਗੁਰੂ ਨਾਨਕ ਦੀ ਤਰ੍ਹਾਂ ਕਰੋ। ਆਪਣੀ ਜ਼ਮੀਨ ਵਾਓ, ਕਿਰਤ ਕਰੋ ਤੇ ਪਰਉਪਕਾਰ ਕਰੋ। ਤੁਸੀਂ ਕੋਈ ਲੰਗਰ ਲਾਣਾ ਹੈ ਤੇ ਤੁਸੀਂ ਪਰਉਪਕਾਰ ਕਰਨਾ ਤਾਂ ਆਪਣੀ ਕਿਰਤ ਵੀ ਪਾਓ ਉਹਦੇ ਵਿੱਚ, ਤੇ ਦੂਜਿਆਂ ਕੋਲੋਂ ਲੈ ਕੇ ਪਾਓ। ਇਹ ਨਹੀਂ ਕਿ ਤੁਸੀਂ ਡੇਰਾ ਬਣਾ ਲਿਆ, 50-100 ਬੰਦਿਆਂ ਕੋਲੋਂ 100 ਰੁਪਇਆ ਲੈ ਕੇ 10,000 ਇਕੱਠਾ ਕੀਤਾ, 5,000 ਤੁਸੀਂ ਖਰਚਾ ਕਰ ਦਿੱਤਾ, 5,000 ਤੁਸੀਂ ਆਪਣੀ ਜੇਬ ਵਿੱਚ ਪਾ ਲਿਆ। ਕਾਲ ਖਾਏ ਕਿਛ ਹੱਥ ਦੇ, ਨਾਨਕ ਰਾਹ ਪਛਾਣੇ। ਬਿਲਕੁਲ। ਤੇ ਇਹ ਹੈ ਕਿਰਤ। ਕਿਰਤ ਜਦ ਤੁਸੀਂ ਕਰ ਲਈ, ਜਦ ਤੁਹਾਡੀ ਕਿਰਤ ਆ ਗਈ ਤੇ ਫਿਰ ਤੁਸੀਂ ਉਹਨੂੰ ਲੋਕਾਂ ਵਿੱਚ ਵੰਡੋ। ਜਿਨ੍ਹਾਂ ਕੋਲ ਨਹੀਂ ਹੈ ਉਹਨਾਂ ਨੂੰ ਦਿਓ। ਦਾਨ ਨਹੀਂ, ਦਾਨ ਦੋਗੇ ਤੇ ਉੱਥੇ ਫਿਰ ਕਲਾਸੀਫਿਕੇਸ਼ਨ ਹੋ ਜਾਏਗੀ। ਦਾਤਾ ਜਿਹੜਾ ਹੈ ਉੱਤੇ ਹੈ ਤੇ ਲੈਣ ਵਾਲਾ ਜਿਹੜਾ ਥੱਲੇ ਹੈ। ਸਭ ਦਾ ਦਾਤਾ ਰਾਮ। ਦਾਨ ਵਾਲਾ ਤਾਂ ਇੱਕੋ ਹੀ ਹੈ, ਦਾਤਾ ਤਾਂ ਉਹ ਹੈ ਦੇਣ ਵਾਲਾ। ਬਾਕੀ ਅਸੀਂ ਕੀ ਕਰ ਸਕਦੇ ਹਾਂ? ਅਸੀਂ ਦੇ ਨਹੀਂ ਸਕਦੇ, ਅਸੀਂ ਵੰਡ ਸਕਦੇ ਹਾਂ, ਸ਼ੇਅਰ ਕਰ ਸਕਦੇ ਹਾਂ। ਬ੍ਰਦਰ ਸ਼ੇਅਰ ਕਰ ਸਕਦਾ। ਤੁਸੀਂ ਕਿਸੇ ਦੇ ਨਾਲ ਵੰਡਣ ਦਾ ਮਤਲਬ ਕੀ ਹੈ? ਅਸੀਂ ਬਰਾਬਰੀ ਵਿੱਚ ਆ ਗਏ। ਜਿਹਦੇ ਨਾਲ ਵੀ ਕੋਈ ਚੀਜ਼ ਵੰਡੋਗੇ ਬਰਾਬਰੀ ਹੋਗੀ, ਤਾਂ ਇਸ ਕਰਕੇ ਵੰਡਣਾ ਹੈ।
ਦਾਨ ਨਹੀਂ ਦੇਣਾ। ਦੇਣਹਾਰ ਸਾਨੂੰ ਤਾਂ ਕੋਈ ਪੱਖਾ ਦੇ ਦੇਵੇ, ਸਾਨੂੰ ਤਾਂ ਕੋਈ ਪੱਖਾ ਦੇ ਦੇਵੇ ਤਾਂ ਅਸੀਂ ਕਹਿੰਦੇ ਜੀ ਬਹੁਤ ਵੱਡਾ ਦਾਨੀ ਆ ਗਿਆ। ਤਾਂ ਦਾਨੀ ਕਰਦਾ ਕੀ ਹੈ, ਪੱਖੇ ਦੇ 3 ਬਲੇਡ ਨੇ, ਆਪਣਾ ਨਾਂ ਲਿਖਾ ਦਿੱਤਾ, ਆਪਣੇ ਪਿਓ ਦਾ ਨਾਂ ਲਿਖਾ ਦਿੱਤਾ, ਆਪਣੇ ਦਾਦੇ ਦਾ ਨਾਂ ਲਿਖਾ ਦਿੱਤਾ, 3 ਨਾਂ ਲਿਖਾ ਦਿੱਤੇ, ਤੇ ਉਹ ਕੋਈ ਦਾਨ ਵੀ ਨਹੀਂ ਹੋਇਆ। ਤੇ ਲੋਕਾਂ ਨੂੰ ਮੰਗਣਾ ਨਹੀਂ ਹੈ, ਔਰ ਜੋ ਕੁਝ ਤੁਹਾਡੇ ਕੋਲ ਹੈ ਉਹ ਸਾਰਿਆਂ ਵਿੱਚ ਵੰਡਣਾ ਹੈ। ਤੇ ਉਸ ਤੋਂ ਉੱਪਰ ਹੈ ਕਿ ਤੁਹਾਨੂੰ ਉਸ ਰੱਬ ਨੂੰ ਜ਼ਰੂਰ ਯਾਦ ਕਰਨਾ ਜਿਸ ਨੇ ਤੁਹਾਨੂੰ ਪੈਦਾ ਕੀਤਾ ਹੈ, ਨਾਮ ਜਪਣਾ ਹੈ, ਕਿਉਂਕਿ ਨਾਮ ਜਿਹੜਾ ਜਪੋਗੇ ਇਹ ਤੁਹਾਡੇ ਅੰਦਰ ਰਵਾਨਗੀ ਲਿਆਏਗਾ, ਇਹ ਤੁਹਾਨੂੰ ਅੱਗੇ ਕਰੇਗਾ, ਇਹ ਤੁਹਾਡੀ ਆਤਮਾ ਨੂੰ ਸਟਰੋਂਗ ਕਰੇਗਾ, ਔਰ ਇਸੀ ਦੇ ਕਾਰਨ ਤੁਸੀਂ ਉੱਤੇ ਪਹੁੰਚੋਗੇ। ਜਿੰਨੀ ਨਾਮ ਤੇ ਆਇਆ ਵੇ ਮਸ਼ੱਕਤ ਕਾ, ਸਾਰੇ ਕੰਮ ਤੇ ਕੀਤੇ, ਚੰਗੀਆਂ ਬੁਰਾਈਆਂ ਸਭ ਤੁਹਾਡੀਆਂ ਬਾਚੀ ਜਾਰੀਆਂ ਨੇ, ਸਾਰੇ ਕੰਮ ਤੁਸੀਂ ਕੀਤੇ, ਪਰ ਉਹਦੇ ਉੱਤੇ ਤੁਹਾਨੂੰ ਨਾਮ ਤੇ ਆਉਣਾ ਪਏਗਾ। ਜਿੰਨੀ ਨਾਮ ਤੇ ਆਇਆ ਵੇ ਮਸ਼ੱਕਤ ਕਾ, ਸਵੇਰੇ ਅੰਮ੍ਰਿਤ ਵੇਲੇ ਉੱਠ ਕੇ 5 ਮਿੰਟ ਤੋਂ ਸ਼ੁਰੂ ਕਰੋ, 10 ਮਿੰਟ ਕਰੋ, 15 ਮਿੰਟ ਕਰੋ, ਅੱਧਾ ਘੰਟਾ ਕਰੋ, ਨਾਮ ਜ਼ਰੂਰ ਜਪੋ। ਨਾਮ ਜਪੋਗੇ ਤੁਹਾਡੇ ਅੰਦਰ ਆਪੇ ਸੋਝੀ ਵਧੇਗੀ, ਤੁਹਾਡੇ ਅੰਦਰ ਆਪੇ ਆਤਮਾ ਜਿਹੜੀ ਸਟਰੋਂਗ ਹੋਏਗੀ। ਦੇਖੋ ਇਹ ਸੋਝੀ ਹੈ ਉਹ ਰੱਬ ਦਿੰਦਾ ਹੈ, ਜਿਹਦੀ ਅਸੀਂ ਅੰਦਾਜ਼ ਵਿੱਚ ਮੰਗ ਕਰਦੇ ਹਾਂ। ਗਿਆਨ ਤਾਂ ਅਸੀਂ ਇਕੱਠਾ ਕਰਦੇ ਹਾਂ ਇਸ ਦੁਨੀਆ ਤੋਂ, ਪਰ ਗਿਆਨ ਇਕੱਠਾ ਕਰਨ ਦਾ ਜਿਹੜਾ ਸਰੋਤ ਹੈ, ਜਿਹੜਾ ਬੇਸ ਹੈ, ਉਹ ਸਾਡੀ ਸੋਝੀ ਹੈ। ਅਰਦਾਸ ਵਿੱਚ ਮੰਗ ਕਰਦੇ ਆ ਵਿਵੇਕ ਦਾ, ਵਿਵੇਕ, ਉਹ ਜਿਹੜਾ ਵਿਵੇਕ, ਸੋਝੀ ਵਿਵੇਕ ਇੱਕ ਚੀਜ਼ ਹੈ, ਉਹ ਚੀਜ਼। ਰਾਜ ਸਾਹਿਬ ਥੋੜਾ ਜਿਹੜਾ ਮਸ਼ੱਕਤ ਹੈ ਨਾ, ਇਹਦੇ ਬਾਰੇ ਥੋੜਾ ਜਿਹਾ ਪਾਓ। ਦੇਖੋ ਮਸ਼ੱਕਤ ਦਾ ਮਤਲਬ ਹੈ ਜਿਹੜੀ ਤੁਹਾਡੀ ਮਿਹਨਤ ਹੈ, ਉਹ ਇਹ ਹੈ ਕਿ ਤੁਸੀਂ, ਕਈ ਬੰਦੇ ਕਹਿੰਦੇ ਨੇ ਜੀ ਮੈਂ ਚੰਗਿਆਈ ਕਰ ਲਈ ਬਸ ਠੀਕ ਹੈ, ਮੈਂ ਦਾਨ ਕਰ ਦਿੱਤਾ ਬਸ ਠੀਕ ਹੈ, ਮੈਨੂੰ ਨਾਮ ਜਪਣ ਦੀ ਕੀ ਲੋੜ ਹੈ। ਉਹ ਕਹਿੰਦੇ ਨੇ ਮਸ਼ੱਕਤ ਤੇਰੀ ਤਾਂ ਪੂਰੀ ਹੋਏਗੀ, ਮਸ਼ੱਕਤ ਦਾ ਮਤਲਬ ਹੈ ਮਿਹਨਤ ਤੇਰੀ ਤਾਂ ਪੂਰੀ ਹੋਏਗੀ ਜੇ ਅੰਮ੍ਰਿਤ ਵੇਲੇ ਤੋਂ ਉੱਠ ਕੇ ਨਾਮ ਜਪਣਾ। ਜਪਜੀ ਸਾਹਿਬ ਵੀ ਚਾਹੁੰਦੇ ਹਨ ਨਾ, ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ। ਅੰਮ੍ਰਿਤ ਵੇਲੇ ਉੱਠਣਾ ਹੈ, ਉਹਦਾ ਸੱਚਾ ਨਾਮ ਲੈਣਾ, ਵਡਿਆਈ ਕਰਨੀ ਹੈ, ਵਿਚਾਰ ਕਰਨਾ, यही है साਡਾ। एक संक्षेप में आप जी को एक क्वेश्चन का आंसर और जानना चाहेंगे। लोग कई बार पूछते हैं कि रिलीजन की है तो अध्यात्म की, इन्होंने दोवां च की डिफरेंस है? शॉर्ट ਦੇ ਵਿੱਚ ਤੁਸੀਂ ਜਦ ਗੁਰੂ ਨਾਨਕ ਦੇਵ ਜੀ ਬੈਣੀ ਨਦੀ ਤੋਂ ਨਿਕਲੇ ਨਾ, ਤਾਂ ਉਹਨਾਂ ਨੇ ਪਹਿਲੀ ਗੱਲ ਕਹੀ, ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ। ਇਹਦਾ ਮਤਲਬ ਇਹ ਹਿੰਦੂ ਮੁਸਲਮਾਨ ਨਹੀਂ ਖਤਮ ਕਰ ਰਹੇ ਸੀ। ਉਸ ਸਮੇਂ ਇਸ ਧਰਤੀ ਦੇ ਖਿੱਤੇ ਦੇ ਉੱਤੇ ਇਹ 2 ਧਰਮ ਸੀ। ਉਹਨਾਂ ਦਾ ਕਹਿਣ ਦਾ ਮਤਲਬ ਸੀ ਇਹ ਧਰਮ ਕੁਝ ਨਹੀਂ, ਇਹ ਧਰਮ ਕੁਝ ਨਹੀਂ ਨੇ, ਸਿਰਫ ਦਿਖਾਵਾ ਹੈ। ਹਿੰਦੂ ਮੁਸਲਮਾਨ ਕੁਝ ਨਹੀਂ ਹੈ, ਤੁਸੀਂ ਨੇਕੀ ਕਰੋ, ਕਿਰਤ ਕਰੋ, ਨਾਮ ਜਪੋ, ਵੰਡ ਕੇ ਜਪੋ, ਇਹੀ ਹੈ। ਉਹ ਪਰਮਾਤਮਾ ਤਾਂ ਇੱਕ ਹੈ, एक ओंकार सतनाम करता सर्व धर्म में श्रेष्ठ धर्म उनको नाम जप निर्मल कर। ਹੁਣ ਹੋਇਆ ਕੀ ਹੈ ਕਿ ਮਨ ਸਾਡਾ ਜਿਹੜਾ ਮੇਨ ਪੁਆਇੰਟ ਹੈ ਨਾ, ਉਹ ਇਹ ਹੈ ਕਿ ਅਸੀਂ ਚੰਗਾ ਬਣਨਾ, ਅਸੀਂ ਆਪਣੀ ਆਤਮਾ ਨੂੰ ਸਟਰੋਂਗ ਕਰਨਾ, ਉਹਦੇ ਵਾਸਤੇ ਸਾਰੇ ਕੰਮ ਨੇ। ਉਹ ਸਾਰਾ ਜਿਹੜਾ ਆਤਮਾ ਨੂੰ ਸਟਰੋਂਗ ਕਰਨ ਦਾ ਜਿਹੜਾ ਤਰੀਕਾ ਹੈ ਨਾ, ਉਹਨੂੰ ਕਿਹਾ ਜਾਂਦਾ ਹੈ ਰਿਲੀਜਨ, ਅਧਿਆਤਮ। ਜਿਸ ਤਰ੍ਹਾਂ ਤੁਸੀਂ ਇਹ ਸਮਝ ਲਓ ਕਿ ਅਸੀਂ ਜਿਹੜਾ ਗਿਆਨ ਲੈਂਦੇ ਹਾਂ, ਦੁਨਿਆਵੀ ਗਿਆਨ, ਉਹ ਕਿੱਥੋਂ ਲੈਂਦੇ ਹਾਂ? ਸਕੂਲ ਕਾਲਜ ਪੜ੍ਹਾਈ ਤੇ ਜਿਹੜੀ ਸਟੱਡੀ ਹੈ, ਜਿਹਨੂੰ ਅਸੀਂ ਐਜੂਕੇਸ਼ਨ ਕਹਿੰਦੇ ਹਾਂ, ਐਜੂਕੇਸ਼ਨ ਆਪਣੇ ਆਪ ਵਿੱਚ ਕੋਈ ਮਾਇਨੇ ਨਹੀਂ ਰੱਖਦੀ। ਐਜੂਕੇਸ਼ਨ ਵਿੱਚੋਂ ਅਸੀਂ ਗਿਆਨ ਲੈਣਾ ਹੁੰਦਾ, ਨੌਲੇਜ ਲੈਣੀ ਹੁੰਦੀ ਹੈ। ਪਰ ਹਰ ਬੱਚਾ ਸਕੂਲ ਜਾਂਦਾ ਕਹਿੰਦਾ ਮੈਂ ਜੀ ਐਜੂਕੇਸ਼ਨ ਲੈਣ ਜਾ ਰਿਹਾ, ਟੀਚਰ ਵੀ ਕਹਿੰਦਾ ਮੈਂ ਐਜੂਕੇਸ਼ਨ ਦੇਣ ਜਾ ਰਿਹਾ। ਹੁਣ ਐਜੂਕੇਸ਼ਨ ਜਿਹੜੀ ਹੈ ਉਹ ਤੇ ਤੁਹਾਨੂੰ ਪਹਿਲੇ ਕੋਈ ਲੈਂਗੁਏਜ ਆਏਗੀ ਤੇ ਤਾਂ ਤੁਸੀਂ ਐਜੂਕੇਸ਼ਨ ਲੈ ਸਕੋਗੇ। ਫਿਰ ਲੈਂਗੁਏਜ ਜਿਹੜੀ ਹੈ ਉਹ ਕਿਸੇ ਨਾ ਕਿਸੇ ਇਲਾਕੇ ਨਾਲ ਜੁੜੀ ਹੋਈ ਹੈ, ਪੰਜਾਬ ਨਾਲ ਜਾਂ ਜਾਪਾਨ ਨਾਲ ਜਾਂ ਚਾਈਨਾ ਨਾਲ ਲੈਂਗੁਏਜ, ਉੱਥੇ ਦੀ ਲੈਂਗੁਏਜ ਹੋਏਗੀ, ਫਿਰ ਉਹਦਾ ਕੋਈ ਸਕੂਲ ਹੋਏਗਾ। ਤੇ ਹੁਣ ਕੀ ਹੈ, ਜਿਹੜੇ ਮੰਦਿਰ ਨੇ ਉਹਨਾਂ ਨੂੰ ਤੁਸੀਂ ਸਕੂਲ ਸਮਝ ਲਓ, ਜਿਹੜੇ ਸ਼ਾਸਤਰ ਨੇ ਉਹਨਾਂ ਨੂੰ ਤੁਸੀਂ ਲੈਂਗੁਏਜ ਸਮਝ ਲਓ, ਜਿਹੜਾ ਉੱਥੇ ਸਿਖਾਇਆ ਜਾਂਦਾ ਉਹਨੂੰ ਤੁਸੀਂ ਐਜੂਕੇਸ਼ਨ ਸਮਝ ਲਓ। ਪਰ ਬਣਨਾ ਚੰਗਾ ਸੀ, ਹੁਣ ਚੰਗਿਆਈ ਅਸੀਂ ਭੁੱਲ ਗਏ ਹਾਂ, ਲੈਂਗੁਏਜ ਤੇ ਬਸੇ ਹੋਏ ਹਾਂ। ਲੜਾਈ ਹੁਣ ਕਿਸ ਗੱਲ ਦੀ ਹੋ ਰਹੀ ਹੈ? ਮੇਰਾ ਸਕੂਲ ਚੰਗਾ ਹੈ ਕਿ ਤੇਰਾ ਸਕੂਲ ਚੰਗਾ ਹੈ, ਮੇਰੀ ਡਰੈਸ ਚੰਗੀ ਹੈ ਕਿ ਤੇਰੀ ਡਰੈਸ ਚੰਗੀ ਹੈ, ਮੇਰਾ ਰੰਗ ਚੰਗਾ ਹੈ ਕਿ ਤੇਰਾ ਰੰਗ ਚੰਗਾ ਹੈ। ਇਸ ਗੱਲ ਦੇ ਉੱਤੇ ਲੜ ਰਹੇ ਹਾਂ, ਜਦ ਕਿ ਲੜਾਈ ਇਸ ਗੱਲ ਦੀ ਹੋਣੀ ਚਾਹੀਦੀ ਕਿ ਗਿਆਨ ਕਿਹਦੇ ਕੋਲ ਜਾ ਸਹੀ, ਗਿਆਨ ਤੇ ਲੈ ਨਹੀਂ ਰਹੇ, ਕਰਮ ਕਾਂਡਾਂ ਵਿੱਚ ਫਸ ਗਏ। ਦੇਖੋ ਨਾ ਜੀ, ਤੁਸੀਂ ਜਿਮ ਜਾਂਦੇ ਹੋ ਆਪਣਾ ਸਰੀਰ ਬਣਾਉਣ ਵਾਸਤੇ, ਕਸਰਤ ਕਰਦੇ ਹੋ, ਸਰੀਰ ਬਣਦਾ ਹੈ। ਜੇ ਤੁਸੀਂ ਪ੍ਰੋਪਰ ਤਰੀਕੇ ਨਾਲ ਕਸਰਤ ਕਰੋਗੇ ਤਾਂ ਤੁਹਾਨੂੰ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਕਿ ਤੁਸੀਂ ਜਿਮ ਜਾਂਦੇ ਹੋ। ਤੁਹਾਡਾ ਦੋਸਤ ਦੇਖਿਆ ਕਹੇਗਾ ਯਾਰ ਇੰਨੇ ਡੋਲੇ ਕਿਸ ਤਰ੍ਹਾਂ ਬਣਾ ਲੇ, ਕਿਹੜੀ ਜਿਮ ਜਾਂਦਾ? ਤੂੰ ਕਹੇ ਮੈਂ ਜਿਮ ਵੀ ਨਹੀਂ ਜਾਂਦਾ, ਕਹਿੰਦਾ ਝੂਠ ਬੋਲਦਾ ਯਾਰ, ਇਹ ਬੋਡੀ ਬਣ ਹੀ ਨਹੀਂ ਸਕਦੀ ਬਿਨਾਂ ਜਿਮ ਜਾਏ। ਇਸੀ ਤਰੀਕੇ ਨਾਲ ਇਹ ਆਤਮਾ ਨੂੰ ਸਟਰੋਂਗ ਕਰਨ ਦੇ ਤਰੀਕੇ ਨੇ ਗੁਰਦੁਆਰੇ, ਮੰਦਿਰ, ਮਸਜਿਦ। ਤੇ ਫਿਰ ਤੁਹਾਨੂੰ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਮੈਂ ਧਾਰਮਿਕ ਹਾਂ। ਲੋਕ ਕਹਿਣਗੇ ਯਾਰ ਤੂੰ ਕੀ ਕਰ ਰਿਹਾ ਕਿ ਤੂੰ ਤਾਂ ਬਹੁਤ ਧਾਰਮਿਕ ਹੋ ਗਿਆ, ਤੇਰੇ ਤੇ ਆਚਰਣ ਬਦਲ ਗਏ, ਤੇਰੀ ਤੇ ਸੋਚ ਬਦਲ ਗਈ, ਤੇਰੀ ਤੇ ਲੋਕਾਂ ਨਾਲ ਵਿਵਹਾਰ ਬਦਲ ਗਿਆ, ਸਭ ਕੁਝ ਬਦਲ ਗਿਆ, ਰਹਿਣੀ ਬਹਿਣੀ ਬਦਲ ਗਈ, ਤਾਂ ਤੂੰ ਕੁਝ ਨਾ ਕੁਝ ਤਾਂ ਕਰ ਰਿਹਾ। ਅਸੀਂ ਕੀ ਕਰਦੇ ਹਾਂ ਕਿ ਪਬਲਿਸਿਟੀ ਜ਼ਿਆਦਾ ਕਰਦੇ ਹਾਂ, ਦਿਖਾਵਾ ਜ਼ਿਆਦਾ ਕਰਦੇ ਹਾਂ, ਕਿਰਪਾਨ ਅਸੀਂ ਉੱਤੋਂ ਪਾਵਾਂਗੇ,
ਕੰਘਾ ਅਸੀਂ ਦੋ ਮਾਲਾ ਬਣ ਲਾਂਗੇ, ਪਗੜੀ ਦੂਸਰੇ ਤਰੀਕੇ ਨਾਲ ਬਣ ਲਾਂਗੇ, ਲੋਕਾਂ ਦੇ ਜਿਹੜੇ ਚਿੰਨ੍ਹ ਨੇ ਧਰਮ ਦੇ ਉਹਨਾਂ ਨੂੰ ਓੜ ਲਾਂਗੇ ਤਾਂ ਕਿ ਲੋਕੀ ਸਾਨੂੰ ਧਾਰਮਿਕ ਕਹਿਣ। ਪਰ ਇਹ ਨਹੀਂ ਸਮਝ ਆਉਂਦੀ ਕਿ ਧਾਰਮਿਕ ਤੁਹਾਨੂੰ ਤਾਂ ਕਹਿਣਗੇ ਜਦ ਤੁਸੀਂ ਚੰਗੇ ਹੋ ਜਾਓਗੇ। ਚੰਗਿਆਈ ਨਹੀਂ ਲੈਂਦੇ, ਧਰਮ ਲੈਂਦੇ ਆ। ਅੱਜ ਕੀ ਹੈ, ਅੱਜ ਇਹ ਮੁਸਲਮਾਨ ਧਰਮ ਦੇ ਨਾਂ ਤੇ ਹਿੰਦੂ ਨੂੰ ਮਾਰਨ ਨੂੰ ਤਿਆਰ ਹੈ, ਹਿੰਦੂ ਧਰਮ ਦੇ ਨਾਂ ਤੇ ਮੁਸਲਮਾਨ ਨੂੰ ਮਾਰਨ ਨੂੰ ਤਿਆਰ ਹੈ। ਤੇ ਇਹਦਾ ਮਤਲਬ ਕੀ ਹੈ ਕਿ ਉਹਨਾਂ ਦੇ ਅੰਦਰ ਚੰਗਿਆਈ ਨਹੀਂ ਆਈ, ਧਰਮ ਬਹੁਤ ਗੂੜਾ ਆ ਗਿਆ। ਮੈਂ ਆ ਗਈ, ਮੇਰਾ ਧਰਮ ਚੰਗਾ, ਮੇਰਾ ਧਰਮ ਚੰਗਾ। ਬਹੁਤ ਬਹੁਤ ਧੰਨਵਾਦ ਆਪ ਜੀ ਦਾ। ਡਾਕਟਰ ਸਾਹਿਬ ਆਜ਼ਾਦ ਜੀ ਸਾਹਿਬ, ਬੜੇ ਸੋਹਣੇ ਤਰੀਕੇ ਨਾਲ ਤੁਸੀਂ ਵਿਵੇਚਨਾ ਕੀਤੀ ਹੈ, ਐਕਸਪਲੋਰ ਕੀਤਾ ਤੁਸੀਂ ਚੀਜ਼ਾਂ ਨੂੰ। ਮਹਾਰਾਜ ਜੀ ਕਿਰਪਾ ਕਰਨ ਹੋਰ ਵੀ ਆਪ ਜੀ ਤੋਂ ਅਸੀਂ ਗਿਆਨ ਲੈ ਸਕੇ, ਐਸਾ ਮੌਕਾ ਆਵੇ ਤਾਂ ਮੈਂ ਆਪ ਜੀ ਦਾ ਅਤੀ ਧੰਨਵਾਦੀ ਹਾਂ। ਫਿਰ ਆਪ ਜੀ ਦੇ ਦਰਸ਼ਨ ਹੋਣਗੇ, ਫਿਰ ਕਈ ਸਵਾਲ ਆਪ ਤੋਂ ਪੁੱਛਾਂਗੇ। ਇੱਕ ਗੱਲ ਮੈਂ ਆਪਣੀ ਤਰਫੋਂ ਜਿਹੜੇ ਮੇਰੇ ਸੁਣ ਰਹੇ ਨੇ ਵੀਰ, ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਹਰ ਬੱਚਾ ਆ ਕੇ, ਅਸੀਂ ਤਾਂ ਬੱਚਿਆਂ ਨਾਲ ਗੱਲ ਕਰਦੇ ਹਾਂ, ਬੁੱਢੇ ਤੋਤਿਆਂ ਨੂੰ ਕੁਝ ਨਹੀਂ ਸਿਖਾਇਆ ਜਾ ਸਕਦਾ, ਜੋ ਕੁਝ ਸਿਖਾ ਸਕਦੇ ਬੱਚਿਆਂ ਨੂੰ ਸਿਖਾ ਦੇ। ਤੇ ਬੱਚਿਆਂ ਨਾਲ ਅਸੀਂ ਗੱਲ ਕਰਦੇ ਹਾਂ, ਬੱਚਿਆਂ ਵਾਸਤੇ ਉਹ ਕਹਿੰਦੇ ਨੇ ਸ਼ੁਰੂਆਤ ਕਿੱਥੋਂ ਕਰੀਏ। ਹਾਂਜੀ, ਸ਼ੁਰੂਆਤ ਕਿੱਥੋਂ ਕਰੀਏ? ਤੇ ਸ਼ੁਰੂਆਤ ਕਰਨ ਵਾਸਤੇ ਇਹ ਹੈ ਕਿ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲੇ ਦੱਸਿਆ ਸੀ ਕਿ ਉਸ ਅਕਾਲ ਪੁਰਖ ਨੇ ਆਪਣੇ ਸਾਰੇ ਨਿਯਮ ਜਿਹੜੇ ਨੇ ਇਸ ਪ੍ਰਕਿਰਤੀ ਵਿੱਚ ਪਾਏ ਨੇ, ਇਸ ਨੇਚਰ ਵਿੱਚ ਪਾਏ ਨੇ। ਤੇ ਉਹਦਾ ਇੱਕ ਨਿਯਮ ਅਗਰ ਅਸੀਂ ਫੜ ਲਈਏ, ਉਹ ਨਿਯਮ ਇਹ ਹੈ ਕਿ ਜਿਹੜਾ ਵੀ ਦਾਣਾ ਤੁਸੀਂ ਧਰਤੀ ਵਿੱਚ ਪਾਓਗੇ ਬੀਜ ਦੇ ਰੂਪ ਵਿੱਚ, ਉਹਦੀ ਹੀ ਫਸਲ ਤੁਹਾਨੂੰ ਮਿਲੇਗੀ। ਕਣਕ ਪਾਓਗੇ ਕਣਕ ਮਿਲੇਗੀ, ਧਤੂਰਾ ਪਾਓਗੇ ਧਤੂਰਾ ਮਿਲੇਗਾ। ਹਾਂਜੀ, ਸਮਝ ਗਏ? ਔਰ ਇੱਕ ਪਾਓਗੇ ਤਾਂ ਅਨੇਕ ਮਿਲਣਗੇ। ਇਸੇ ਤਰੀਕੇ ਨਾਲ ਜੀਵਨ ਵਿੱਚ ਅਸੀਂ ਕਰਮ ਕਰਦੇ ਹਾਂ, ਕਰਮ ਸਾਡੇ ਬੀਜ ਨੇ। ਹੁਣ ਚੰਗਾ ਕਰਮ ਕਰਾਂਗੇ ਤੇ ਚੰਗਾ ਬੀਜ ਹੈ, ਮਾੜਾ ਕਰਮ ਕਰਾਂਗੇ ਤੇ ਮਾੜਾ ਬੀਜ ਹੈ। ਉਹਨੂੰ ਅਸੀਂ ਜਦ ਕਰ ਦਿੰਦੇ ਹਾਂ ਤੇ ਉਹ ਮਲਟੀਪਲਾਈ ਹੋ ਕੇ ਸਾਡੇ ਜੀਵਨ ਵਿੱਚ ਆ ਜਾਂਦਾ ਹੈ। ਪਰ ਇੱਥੇ ਉਸ ਪ੍ਰਕਿਰਤੀ ਦੇ ਦੋ ਨਿਯਮ ਲੱਗਦੇ ਨੇ ਬੜੇ ਗੂੜੇ। ਪਹਿਲਾ ਨਿਯਮ ਇਹ ਹੈ ਕਿ ਜਦ ਤੁਸੀਂ ਬੀਜ ਪਾਓਗੇ ਤੁਹਾਨੂੰ ਉਹਨੂੰ ਢੱਕਣਾ ਪਏਗਾ ਮਿੱਟੀ ਨਾਲ। ਜੇ ਤੁਸੀਂ ਬੀਜ ਨੂੰ ਢੱਕਣਾ ਭੁੱਲ ਗਏ ਤੇ ਜਾਂ ਤੇ ਉਹ ਸੜ ਜਾਏਗਾ ਜਾਂ ਉਹਨੂੰ ਚਿੜੀ ਖਾ ਜਾਏਗੀ। ਸਮਝ ਗਏ? ਉਹਨੂੰ ਢੱਕਣਾ ਜ਼ਰੂਰੀ ਹੈ। ਤੇ ਜਿਹੜਾ ਵੀ ਤੁਸੀਂ ਕਰਮ ਕਰੋ, ਮਾੜਾ ਜਾਂ ਚੰਗਾ, ਉਹਨੂੰ ਜਿਹਨੂੰ ਤੁਸੀਂ ਢੱਕੋਗੇ ਉਹ ਤੇ ਤੁਹਾਡੇ ਜੀਵਨ ਵਿੱਚ ਆ ਜਾਏਗਾ, ਜਿਹਨੂੰ ਨਹੀਂ ਢੱਕੋਗੇ ਉਹ ਨਹੀਂ ਆਏਗਾ। ਅੱਜ ਹੋ ਕੀ ਰਿਹਾ, ਅਸੀਂ ਚੰਗਿਆਈ ਬੜੀ ਕਰਦੇ ਹਾਂ ਪਰ ਨਾਲ ਦੇ ਨਾਲ ਉਹਨੂੰ ਅਣਢੱਕ ਕਰ ਦਿੰਦੇ ਹਾਂ। ਬੈਨਰ ਲਾ ਦਿੱਤਾ, ਪੋਸਟਰ ਲਾ ਦਿੱਤਾ, ਪੱਖੇ ਦੇ ਨਾਂ ਲਿਖਾ ਦਿੱਤਾ, ਪੱਥਰ ਉੱਤੇ ਆਪਣੇ ਦਾਦੇ ਦਾ ਨਾਂ ਖੁਦਾ ਦਿੱਤਾ। ਮਤਲਬ ਅਸੀਂ ਆਪਣੀ ਚੰਗਿਆਈ ਨੂੰ ਅਣਢੱਕ ਕਰ ਦਿੱਤਾ। ਪਰ ਜਦਕਿ ਸ਼ਾਸਤਰ ਕਹਿੰਦੇ ਨੇ ਨੇਕੀ ਕਰ ਦਰਿਆ ਮੇਂ ਡਾਲ, ਨੇਕੀ ਕਰ ਕੂਏ ਮੇਂ ਡਾਲ। ਸੱਜੇ ਹੱਥ ਨਾਲ ਕਰੋ ਤਾਂ ਖੱਬੇ ਨੂੰ ਪਤਾ ਨਹੀਂ ਚੱਲਣਾ ਚਾਹੀਦਾ। ਮਤਲਬ ਉਹਨੂੰ ਕਿਸੇ ਨੂੰ ਨਹੀਂ ਦੱਸਣਾ, ਉਹਨੂੰ ਤੁਸੀਂ ਢੱਕ ਦੇਣਾ ਹੈ, ਬਿਲਕੁਲ ਢੱਕਣ ਲਾ ਦੇਣਾ ਹੈ। ਤੇ ਫਿਰ ਉਹ ਚੰਗਿਆਈ ਤੁਹਾਡੇ ਜੀਵਨ ਵਿੱਚ ਵਾਪਸ ਆਏਗੀ, ਮਲਟੀਪਲਾਈ ਹੋਏਗੀ। ਪਰ ਜਿਹੜੀ ਬੁਰਾਈ ਅਸੀਂ ਕਰਦੇ ਹਾਂ, ਉਹ ਅਸੀਂ ਢੱਕ ਦਿੰਦੇ ਹਾਂ। ਨਾ ਮਾਂ ਨੂੰ ਦੱਸਿਆ, ਨਾ ਪਿਓ ਨੂੰ ਦੱਸਿਆ, ਨਾ ਦੋਸਤ ਨੂੰ ਦੱਸਿਆ, ਨਾ ਮਿੱਤਰ ਨੂੰ ਦੱਸਿਆ, ਉਹਨੂੰ ਢੱਕ ਦਿੱਤਾ ਤੇ ਉਹ ਆਟੋਮੈਟਿਕਲੀ ਆ ਜਾਂਦੀ। ਉਹ ਕਹਿੰਦਾ ਚੰਗਿਆਈ ਮੈਂ ਕਰਦਾ ਉਹ ਤੇ ਆਉਂਦੀ ਨਹੀਂ, ਬੁਰਾਈ ਜਿਹੜੀ ਕਰਦਾ ਉਹ ਆਈ ਜਾਂਦੀ ਹੈ। ਹੁਣ ਬੱਚਿਆਂ ਵਾਸਤੇ ਇਹਦੇ ਅੰਦਰ ਇੱਕ ਰਿਕੁਐਸਟ ਹੈ ਕਿ ਇੱਕ ਚੰਗਾ ਕੰਮ ਤੁਸੀਂ ਰੋਜ਼ ਕਰੋਗੇ ਉਪਰਾਲਾ ਕਰਕੇ, ਕਿਉਂਕਿ ਚੰਗਿਆਈ ਤੁਹਾਨੂੰ ਕੋਸ਼ਿਸ਼ ਕਰਕੇ ਕਰਨੀ ਪਏਗੀ, ਮਾੜਾ ਆਪਣੇ ਆਪ ਹੋ ਜਾਂਦਾ ਹੈ। ਜਿਸ ਤਰ੍ਹਾਂ ਤੁਹਾਨੂੰ ਪੜ੍ਹਨੇ ਵਾਸਤੇ ਕਿਸੇ ਨਾ ਕਿਸੇ ਸਕੂਲ, ਕਿਸੇ ਨਾ ਕਿਸੇ ਉਸਤਾਦ ਕੋਲ ਜਾਣਾ ਪਏਗਾ, ਗਾਲ ਸਿੱਖਣ ਵਾਸਤੇ ਕਿਧਰੇ ਜਾਣ ਦੀ ਲੋੜ ਨਹੀਂ, ਉਹ ਆਪੇ ਆ ਜਾਏਗੀ। ਤੁਸੀਂ ਕੋਈ ਕੰਮ ਸਿੱਖਣਾ ਹੈ, ਕੋਈ ਪੱਖਾ ਬਣਾਉਣਾ ਹੈ, ਕੋਈ ਗੀਜ਼ਰ ਬਣਾਉਣਾ ਹੈ, ਤਾਂ ਤੁਹਾਨੂੰ ਕਿਸੇ ਬੰਦੇ ਕੋਲੋਂ ਜਾ ਕੇ ਗੁਰ ਸਿੱਖਣੇ ਪੈਣਗੇ। ਜੂਆ ਖੇਡਣਾ ਦਾ ਕੋਈ ਕੋਚਿੰਗ ਸੈਂਟਰ ਨਹੀਂ ਹੈ, ਉਹ ਆਪਣੇ ਆਪ ਆ ਜਾਏਗਾ। ਕਹਿਣ ਦਾ ਮਤਲਬ ਹੈ ਕਿ ਜੇ ਤੁਸੀਂ ਕਣਕ ਲਾਣੀ ਹੈ, ਜੇ ਤੁਸੀਂ ਗੁਲਾਬ ਲਾਣਾ ਹੈ ਤਾਂ ਤੁਹਾਨੂੰ ਮਿਹਨਤ ਕਰਨੀ ਪਏਗੀ। ਤੇ ਖੜਪਤਵਾਰ, ਬਿੱਛੂ ਖਾਸ, ਉਹ ਆਪੇ ਆ ਜਾਏਗਾ। ਅਗਰ ਤੁਸੀਂ ਖਾਲੀ ਖੇਤ ਛੱਡ ਦੋਗੇ ਤਾਂ ਉਹ ਆਪੇ ਆ ਜਾਣਗੇ। ਉਹਨਾਂ ਨੂੰ ਬੀਜ ਚਾਹੀਦਾ, ਨਾ ਖਾਦ ਚਾਹੀਦੀ ਹੈ, ਨਾ ਪਾਣੀ ਚਾਹੀਦਾ। ਇਸ ਕਰਕੇ ਬੁਰਾਈ ਤਾਂ ਆਪਣੇ ਆਪ ਆ ਜਾਂਦੀ ਹੈ। ਚੰਗਿਆਈ ਉਪਰਾਲਾ ਕਰਕੇ ਕਰੋ। ਇੱਕ ਚੰਗਿਆਈ ਰੋਜ਼ ਕਰੋ, ਉਹ ਕਿਸੇ ਨੂੰ ਨਾ ਦੱਸੋ। ਐਫਰਟਸ ਹੋਣੇ ਚਾਹੀਦੇ। ਇੱਕ ਚੰਗਿਆਈ, ਕੋਈ ਵੀ ਛੋਟੀ ਤੋਂ ਛੋਟੀ ਇੱਕ ਚੰਗਿਆਈ ਰੋਜ਼ ਕਰੋ, ਉਹ ਕਿਸੇ ਨੂੰ ਨਾ ਦੱਸੋ। और ਜਿਹੜੀ ਬੁਰਾਈ ਆਪਣੇ ਆਪ ਆ ਰਹੀ ਹੈ ਔਰ ਤੁਹਾਡੇ ਕੋਲੋਂ ਹੋ ਗਈ ਹੈ, ਤੁਸੀਂ ਬੈਠੇ ਸੀ, ਦੋਸਤਾਂ ਨੇ ਕਹਿਤਾ ਪੀ ਲੈ ਯਾਰ ਇੱਕ ਸਿਗਰਟ, ਕੁਝ ਨਹੀਂ ਹੁੰਦਾ, ਪੀ ਲੈ ਇੱਕ ਸਿਗਰਟ, ਕੁਝ ਨਹੀਂ ਹੁੰਦਾ। ਤੁਸੀਂ ਅਗਰ ਉਹ ਸਿਗਰਟ ਨੂੰ ਮੂੰਹ ਲਾ ਲਿਆ ਤੇ ਤੁਸੀਂ ਘਰ ਆ ਕੇ ਆਪਣੀ ਮਾਂ ਨੂੰ ਦੱਸ ਦਿਓ, ਪਿਓ ਨੂੰ ਦੱਸ ਦਿਓ, ਭਰਾ ਨੂੰ ਦੱਸ ਦਿਓ, ਤਾਂ ਫਿਰ ਤੁਹਾਡਾ ਉਹ ਆਦਤ ਬਣਨ ਦਾ ਜਿਹੜਾ ਚਾਂਸ ਹੈ ਉਹ ਘਟ ਜਾਏਗਾ। ਉਹ ਬੁਰਾਈ ਉੱਥੇ ਹੀ ਦਬ ਜਾਏਗੀ। ਬੁਰਾਈ ਤਾਂ ਵੱਧਦੀ ਹੈ ਜਦ ਅਸੀਂ ਉਹਨੂੰ ਛੁਪਾ ਲੈਂਦੇ ਹਾਂ। ਤੇ ਕ੍ਰਿਸਚਨਾਂ ਨੇ ਬੜਾ ਵਧੀਆ ਕੀਤਾ ਹੈ। ਉਹ ਕਹਿੰਦੇ ਨੇ ਜੇ ਤੂੰ ਕਿਸੇ ਨੂੰ ਨਹੀਂ ਦੱਸ ਸਕਦਾ ਆਪਣੀ ਬੁਰਾਈ ਤੇ ਚਰਚ ਵਿੱਚ ਆ ਜਾ, पादरी ਨੂੰ ਜਾ ਕੇ ਦੱਸ ਦੇ। ਕਨਫੈਸ਼ਨ रूम बने ने, पादरी मुँह उधर करके बैठा है, तू इधर करके आके आज कह दे जी आज मैं ना एक बंदे दे 10 रुपये चोरी कर ले। तो पादरी कहेगा ठीक है तू चोरी कर ले, तो 10 रुपये किसी को दान दे दे या कुछ भी दसेगा। तो तू अपनी बुराई ਨੂੰ तू रब कर दिता, ਉਹਨੂੰ अनटक कर दिता। बुराई ਨੂੰ अनटक करो, चंगियाई ਨੂੰ ਢੱਕ ਕੇ ਰੱਖੋ और एक चंगियाई रोज़ करो उपराला करके, मेहनत करके। और बुराई तो खैर अपने आप आ जाती है, ਉਹਨੂੰ ਤੁਸੀਂ अनटक कर दो तो ਤੁਹਾਡੇ ਜੀਵਨ ਵਿੱਚ ਆਸਤੇ ਆਸਤੇ ਕੱਲ ਤੋਂ ਹੀ परिवर्तन आ जाएगा।
ਬਹੁਤ ਬਹੁਤ ਧੰਨਵਾਦ ਤੁਹਾਡਾ। ਅੱਜ ਤੁਹਾਡਾ ਧੰਨਵਾਦ ਜੀ। ਬੜੀ ਬੱਚਿਆਂ ਨੂੰ ਬੜੀ ਸੋਹਣੀ ਸਿੱਖਿਆ ਤੁਸੀਂ ਦੇਣ ਦੇ ਜਿਹੜਾ ਤੁਹਾਡਾ ਪ੍ਰਯਾਸ ਹੈ, ਹਰ ਬੱਚਾ ਇਸ ਤਰ੍ਹਾਂ ਚੱਲੇ ਤਾਂ ਸੱਚ ਵਿੱਚ ਉਹਦੇ ਜੀਵਨ ਵਿੱਚ ਪਰਿਵਰਤਨ ਆ ਜਾਏਗਾ। ਬਹੁਤ ਜਲਦੀ। ਇਹ ਦੇਖੋ ਤੁਸੀਂ ਕਹਿ ਰਹੇ ਸੀ ਨਾ ਸਾਡੇ ਗੁਰੂਆਂ ਨੇ ਕੀ ਸਿਖਾਇਆ, ਸਾਡੇ ਗੁਰੂਆਂ ਨੇ ਤਾਂ ਬਹੁਤ ਮੈਨੂੰ ਕਹਿੰਦੇ ਨੇ ਗੂੜੀ ਸਿੱਖਿਆ ਦਿੱਤੀ ਹੈ। ਉਹਨਾਂ ਨੇ ਮਨ ਦਾ ਜਿਹੜਾ ਕਾਮ ਕ੍ਰੋਧ ਲੋਭ ਹੰਕਾਰ ਉਹਦੇ ਵਾਸਤੇ ਸਾਨੂੰ 5 ਬਾਣੀਆਂ ਦਿੱਤੀਆਂ ਨੇ। ਉਹਨਾਂ ਨੂੰ ਕਬਜ਼ੇ ਕਰਨ ਦਾ ਬਾਣਾ ਦਿੱਤਾ ਹੈ, ਬਾਣੇ ਦੇ ਅੰਦਰ 5 ਕਕਾਰ ਦਿੱਤੇ ਨੇ। ਇਹ ਬਾਣੀ ਇੱਕ ਬਾਣੀ ਇੱਕ ਵਿਕਾਰ ਦੇ ਉੱਤੇ ਕੰਮ ਕਰਦੀ ਹੈ। ਜਪਜੀ ਸਾਹਿਬ, ਜਾਪ ਸਾਹਿਬ, ਇਹ ਸਾਰੀਆਂ ਇੱਕ ਦੇ ਉੱਤੇ ਕੰਮ ਕਰਦੀਆਂ ਨੇ। ਔਰ ਉਹਨਾਂ ਨੂੰ ਪੜ੍ਹਨ ਨਾਲ ਕੀ ਹੋਏਗਾ, ਤੁਹਾਨੂੰ ਇੱਕ ਤੁਹਾਡਾ ਵਿਕਾਰ ਜਿਹੜਾ ਕੰਮ ਹੁੰਦਾ ਜਾਏਗਾ, ਇੱਕ ਵਿਕਾਰ ਜਿਹੜਾ ਕੰਮ ਹੁੰਦਾ। ਸਾਡਾ ਜਿਹੜਾ ਇਹ ਸਰੀਰ ਹੈ ਨਾ, ਇਹ ਵੀ 5 ਤਲਾਂ ਤੇ ਹੈ। ਉਸ ਅਕਾਲ ਪੁਰਖ ਨੇ ਸਭ ਕੁਝ 5 ਦੀ ਉਹਦੇ 'ਚ ਬਣਾਇਆ। 5 ਤੁਹਾਡੀਆਂ ਇੰਦਰੀਆਂ ਨੇ, 5 ਤੁਹਾਡੇ ਗਿਆਨ ਰਸ ਨੇ, 5 ਤੁਹਾਡੇ ਵਿਕਾਰ ਨੇ, 5 ਹੀ ਤੁਹਾਡੇ ਸਰੀਰ ਨੇ। ਇਹ ਜਿਹੜਾ ਉੱਪਰ ਵਾਲਾ ਸਰੀਰ ਹੈ ਜਿਹਨੂੰ ਅਸੀਂ ਦੇਖ ਰਹੇ ਹਾਂ, ਇਹਨੂੰ ਅਸੀਂ ਕਹਿੰਦੇ ਹਾਂ ਅਨਮਈ ਕੋਸ਼। ਇਹ ਅਨਾਜ ਨਾਲ ਚੱਲਦਾ ਹੈ, ਅਨਾਜ ਮਿੱਟੀ ਤੋਂ ਆਉਂਦਾ ਹੈ, ਇਹ ਵੀ ਮਿੱਟੀ ਹੁੰਦਾ ਹੈ, ਮਿੱਟੀ 'ਚ ਮਿਲ ਜਾਂਦਾ ਹੈ। ਇਹਨੂੰ ਕਹਿੰਦੇ ਆ ਅਨਮਈ ਕੋਸ਼। डिफरेंस क्लियर हो गया है। रिलीजन और अध्यात्मवाद विच यही अध्यात्म बस ਇਹ ਆਨੰਦਮਈ, ਇਸ ਤੋਂ ਅੰਦਰ ਚਲੇ ਜਾਓ ਤੇ ਪ੍ਰਾਣਮਈ ਕੋਸ਼। ਉਹ ਅੰਤ ਨਹੀਂ ਚੱਲਦਾ, ਉਹ ਵਾਯੂ ਤੇ ਚੱਲਦਾ ਹੈ। ਜੇ ਤੁਹਾਨੂੰ ਸਰੀਰਕ ਦੋਸ਼ ਹੋਏਗਾ ਤਾਂ ਡਾਕਟਰ ਤੁਹਾਨੂੰ ਕੀ ਕਹੇਗਾ, ਹੋਰ ਥੋੜੀ ਮਿੱਟੀ ਦੇਗਾ ਦਵਾਈ ਦੇ ਰੂਪ ਵਿੱਚ, ਭਾਵੇਂ ਗੋਲੀ ਦੇ ਪਾਏ। ਪਰ ਜੇ ਤੁਹਾਡੇ ਸਵਾਸਾਂ ਵਿੱਚ ਕੋਈ ਗੱਲ ਹੋ ਗਈ, ਪਰੇਸ਼ਾਨੀ ਹੋ ਗਈ, ਤਕਲੀਫ ਹੋ ਗਈ, ਫਿਰ ਤੁਹਾਨੂੰ ਦਵਾਈ ਨਹੀਂ ਕਹੇਗਾ ਹਵਾ ਬਦਲੀ ਚੇਕ ਕਰੋ, ਤੁਸੀਂ ਪਹਾੜਾਂ ਤੇ ਚਲੇ ਜਾਓ। ਅੱਛਾ, ਫਿਰ ਉਹਦੇ ਅੰਦਰ ਹੈ ਮਨਮਈ ਕੋਸ਼। ਉਹਦੇ ਅੰਦਰ ਦੋਸ਼ ਆ ਗਿਆ ਤਾਂ ਕਹੇਗਾ ਮਨੂ ਵਿਗਿਆਨੀ ਕੋਲ ਜਾਓ। ਉਹ ਤੁਹਾਡਾ ਪ੍ਰਸ਼ਨ ਕਰੇਗਾ ਤਾਂ ਤੁਹਾਡੇ ਮਨ ਦੇ ਅੰਦਰ ਜਿਹੜੀ ਬਿਮਾਰੀ ਹੈ ਉਹ ਠੀਕ ਕਰੇਗਾ। ਉਹ ਤੀਸਰੀ ਸਥਲ ਹੈ। ਇਹ ਤੇ 3 ਸਾਡੇ ਕੋਲ ਨੇ ਜਿਹੜੇ ਦਿਖਦੇ ਨੇ। ਉਸ ਤੋਂ ਚੌਥਾ ਜਿਹੜਾ ਹੈ ਉਹ ਹੈ ਵਿਗਿਆਨਮਈ ਕੋਸ਼, ਜਿੱਥੇ ਚਮਤਕਾਰ ਹੁੰਦੇ ਨੇ, ਜਿੱਥੇ ਸਾਰੀ ਚੀਜ਼ ਜਿਹੜੀ ਹੈ ਪਰਿਵਰਤਿਤ ਹੋ ਜਾਂਦੀ ਹੈ। ਔਰ ਅੰਤ ਵਿੱਚ ਹੈ ਆਨੰਦਮਈ ਕੋਸ਼, ਜਿੱਥੇ ਸਾਡੀ ਆਤਮਾ ਦਾ ਵਾਸ ਹੈ, ਜਿੱਥੇ ਪ੍ਰਭੂ ਦਾ ਸਥਾਨ ਹੈ। ਇਹ 5 ਬਾਣੀਆਂ ਇਹਨਾਂ 5 ਦੇ ਉੱਤੇ ਵੀ ਕੰਮ ਕਰਦੀਆਂ ਨੇ। ਬਾਣੀਆਂ ਕਿਉਂ ਦਿੱਤੀਆਂ ਨੇ, ਬਾਣਾ ਕਿਉਂ ਦਿੱਤਾ, ਅੰਮ੍ਰਿਤ ਕਿਉਂ ਛਕਿਆ, ਹਰ ਪ੍ਰਸ਼ਨ ਦਾ ਉੱਤਰ ਸਾਇੰਟੀਫਿਕਲੀ ਸਾਡੀ ਗੁਰਬਾਣੀ ਦਿੰਦੀ ਹੈ। ਔਰ ਉਹ ਅਗਰ ਬੱਚੇ ਸਮਝਣ ਸੁਣਨ ਤਾਂ ਉਹਨਾਂ ਨੂੰ ਜਿਹੜਾ ਰਿਲੀਜਨ ਹੈ ਉਹ ਬਹੁਤ ਆਸਾਨ ਲੱਗੇਗਾ। ਰਿਲੀਜਨ ਤਾਂ ਕੁਝ ਹੈ ਨਹੀਂ, ਵੇ ਆਫ ਲਾਈਫ ਜਿਹੜੀ ਹੈ ਬਹੁਤ ਆਸਾਨ ਹੋ ਜਾਏਗੀ। ਔਰ ਤੁਹਾਨੂੰ ਪਤਾ ਲੱਗ ਜਾਏਗਾ ਕਿ ਸਾਡੇ ਜੀਵਨ ਦਾ ਮਕਸਦ ਕੀ ਹੈ, ਔਰ ਤੁਹਾਡੇ ਜੀਵਨ ਦੇ ਅੰਦਰ ਪਰਿਵਰਤਨ ਤੁਹਾਨੂੰ ਦਿਖਣਾ ਸ਼ੁਰੂ ਹੋ ਜਾਏਗਾ। बहुत बहुत धन्यवाद आप जी का। मेरी भी अरदास है कि बच्चे ਉਹ ਇਸ ਚੀਜ਼ ਨੂੰ ਅਡਾਪਟ ਕਰਨ, ਆਪਣੇ ਅੰਦਰ ਉਹ ਚੀਜ਼, ਉਹ ਵਿਚਾਰ ਲਿਆਵਣ ਤੇ ਆਪਣਾ ਜੀਵਨ ਸਫਲ ਕਰਨ। ਫਿਰ ਕਦੀ ਮੌਕਾ ਹੋਇਆ ਫਿਰ ਆਪ ਜੀ ਤੋਂ ਪ੍ਰਸ਼ਨ ਕਰਾਂਗੇ, ਤੁਸੀਂ ਵਿਸਤਾਰ ਨਾਲ ਦੱਸੋ। ਤੁਸੀਂ ਜਿਹੜਾ ਕੰਮ ਕਰ ਰਹੇ ਹੋ ਬਹੁਤ ਮਹਾਨ ਹੈ। ਅੱਜ ਕੱਲ ਕੌਣ ਕਰਦਾ ਹੈ, ਕਿਸੇ ਕੋਲ ਕਿੰਨਾ ਟਾਈਮ ਹੈ, ਲੇਕਿਨ ਤੁਹਾਨੂੰ ਵੀ ਬਹੁਤ ਪਤਾ ਧੰਨਵਾਦ ਹੈ। ਬਹੁਤ ਬਹੁਤ ਆਪ ਜੀ ਦਾ ਧੰਨਵਾਦ। ਆਪ ਜੀ ਨੇ ਮੌਕਾ ਦਿੱਤਾ ਕਿ ਅੱਜ ਆਪ ਜੀ ਦੇ ਕੋਲ ਆ ਕੇ ਬੈਠੀਏ ਤਾਂ ਕੁਝ ਚੀਜ਼ਾਂ ਦੀ ਜਾਣਕਾਰੀ ਲਈ ਹੈ। ਹੁਣ ਦੇਖੋ ਇਹ ਇੰਨਾ ਵੱਡਾ ਮਿਊਜ਼ੀਅਮ ਹੈ। ਇਹ ਇੱਕ ਇਨਸਾਨ ਹੈ, ਬਿਕਰਮਜੀਤ ਸਿੰਘ ਜੀ ਸਾਨੀ। ਉਹਨਾਂ ਨੇ ਆਪਣੇ ਕੋਲੋਂ 5-6 ਕਰੋੜ ਰੁਪਇਆ ਲਗਾ ਕੇ ਇਹ ਸਾਰਾ ਬਣਵਾਇਆ ਤਾਂ ਕਿ ਬੱਚਿਆਂ ਨੂੰ ਗਿਆਨ ਮਿਲ ਸਕੇ। ਇਹ ਜੇ ਬੰਦੇ ਵੀ ਹਨ, ਕਿਧਰੇ ਨਾਂ ਨਹੀਂ, ਕਿਧਰੇ ਕੋਈ ਤਮੰਨਾ ਨਹੀਂ, ਸਿਰਫ ਕੋਈ ਐਡਵਰਟਾਈਜ਼ਮੈਂਟ ਨਹੀਂ, ਸਿਰਫ ਇਸ ਵਾਸਤੇ ਕਿ ਬੱਚਿਆਂ ਨੂੰ ਗਿਆਨ ਪ੍ਰਾਪਤ ਹੋਵੇ। ਇਹਨੂੰ ਚਲਾਉਣ ਦਾ ਮਹੀਨੇ ਦਾ 2-2.5 ਲੱਖ ਦਾ ਜਿਹੜਾ ਖਰਚਾ ਹੈ ਉਹ ਵੀ ਆਪੇ ਬੇਅਰ ਕਰਦੇ ਨੇ, ਕਿਸੇ ਨੂੰ ਨਹੀਂ ਦੱਸਦੇ। ਮਹਾਨ ਲੋਕ ਬੈਠੇ ਨੇ ਜਿਹੜੇ ਗੁਪਤ ਗਿਆਨ ਦੇ ਹੀ ਜਾਂਦੇ ਨੇ, ਜਿਨ੍ਹਾਂ ਤੇ ਕਿਰਪਾ ਹੈ ਮਹਾਰਾਜ ਜੀ। ਸਭ ਤਰ੍ਹਾਂ ਦੇ ਲੋਕ ਨੇ। ਕਈ ਐਸੇ ਨੇ ਜਿਹੜੇ ਗੋਲਕ ਖਾਈ ਜਾਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।